ਸਾਰੇ ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਟੌਪਿਕ ਚੰਗੀ ਤਰ੍ਹਾਂ ਸਮਝਣ ਵਾਸਤੇ ਜੋ ਇਸ ਟੌਪਿਕ ਤੋਂ ਪਹਿਲਾਂ ਟੌਪਿਕ ਭੇਜਿਆ ਗਿਆ ਸੀ ਨੂਮੈਰੀਕਲ ਮੈਥਡ ਦਾ, ਜਿਹਦੇ ਵਿੱਚ ਗੌਸ ਫਾਰਵਰਡ ਅਤੇ ਬੈਕਵਰਡ ਡਿਫਰੈਂਸ ਦੇ ਪ੍ਰੂਫ ਕਰਵਾਏ ਗਏ ਸੀ। ਪਹਿਲਾਂ ਉਹ ਟੌਪਿਕ ਚੰਗੀ ਤਰ੍ਹਾਂ ਉਹਦੇ ਪ੍ਰੂਫ ਸਮਝ ਲੈਣੇ ਹੈਗੇ ਨੇ। ਜੇ ਉਹਦੇ ਪ੍ਰੂਫ ਤੁਹਾਨੂੰ ਸਮਝ ਆ ਗਏ ਤਾਂ ਤੁਹਾਨੂੰ ਇਹ ਪ੍ਰੂਫ ਸਮਝਣੇ ਸੌਖੇ ਰਹਿਣਗੇ। ਅਤੇ ਇਹ ਪ੍ਰੂਫ ਦੇਖਣ ਵਾਸਤੇ ਪਹਿਲਾਂ ਤੁਹਾਨੂੰ ਇਹਦੇ ਨਾਲ ਇੱਕ PDF ਵੀ ਭੇਜ ਰਿਹਾ ਹਾਂ। ਉਹ PDF ਕਾਪੀ 'ਤੇ ਉਤਾਰ ਲੈਣੀ ਹੈ। ਕਾਪੀ 'ਤੇ ਉਤਾਰ ਕੇ ਨਾਲ ਵੀਡੀਓ ਲੈਕਚਰ ਸੁਣ ਕੇ ਫਿਰ ਤੁਸੀਂ ਇਹ ਟੌਪਿਕ ਕਲੀਅਰ ਕਰਨਾ ਹੈ। ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਨੂਮੈਰੀਕਲ ਮੈਥਡ ਬੁੱਕ ਦਾ ਚੈਪਟਰ 3 ਦਾ 2 ਫਾਰਮੂਲੇ ਕਰਨੇ ਹੈਗੇ ਨੇ। ਇੱਕ ਬੈਸਲ ਫਾਰਮੂਲਾ ਹੈਗਾ, ਇੱਕ ਅੱਗੇ ਹੋਰ ਫਾਰਮੂਲਾ ਕਰਾਂਗੇ ਆਪਾਂ ਐਵਰੇਟ ਫਾਰਮੂਲਾ। ਇਹ ਦੋਨਾਂ ਉੱਪਰ ਬੇਸਡ ਨੂਮੈਰੀਕਲ, ਇੱਕ ਉੱਪਰ ਨੂਮੈਰੀਕਲ ਦੇਖਾਂਗੇ, ਬਾਕੀ ਦੋਨਾਂ ਦੇ ਪ੍ਰੂਫ ਕਰਾਂਗੇ ਆਪਾਂ। ਜੇ ਪਿਛਲਾ ਲੈਕਚਰ ਤੁਸੀਂ ਸੁਣਿਆ ਹੋਵੇ ਧਿਆਨ ਨਾਲ, ਦੇ ਕੁਐਸਚਨ ਟਰਾਈ ਕੀਤੇ ਹੋਣ ਨੂਮੈਰੀਕਲ ਮੈਥਡ ਬੁੱਕ ਦਾ, ਇਸ ਤੋਂ ਪਹਿਲਾਂ ਆਪਾਂ ਨੇ ਇੱਕ ਗੌਸ ਫਾਰਵਰਡ ਅਤੇ ਬੈਕਵਰਡ 2 ਫਾਰਮੂਲੇ ਕੀਤੇ ਸੀਗੇ ਇਹੀ ਐਕਸਰਸਾਈਜ਼ ਦੇ ਵਿੱਚ। ਇੱਕ ਸਟਰਲਿੰਗ ਫਾਰਮੂਲਾ ਸੀਗਾ, ਸਟਰਲਿੰਗ ਫਾਰਮੂਲਾ ਸੀ, ਦੋਨਾਂ ਦੀ ਐਡੀਸ਼ਨ ਕੀਤੀ ਸੀਗੀ। ਅਤੇ ਗੌਸ ਫਾਰਵਰਡ ਅਤੇ ਗੌਸ ਬੈਕਵਰਡ ਦੇ ਜਿੱਦਾਂ ਪ੍ਰੂਫ ਕੀਤੇ ਸੀਗੇ ਉੱਦਾਂ ਹੀ ਪ੍ਰੂਫ ਇਹਨਾਂ 2 ਦੇ ਹੋਣਗੇ। ਜਿਹੜੇ ਆਪਾਂ 2 ਕਰਨੇ ਹੈਗੇ ਨੇ, ਇਹਨਾਂ ਦੇ ਪ੍ਰੂਫ ਵੀ ਇੱਦਾਂ ਹੀ ਹੋਣਗੇ। ਚਲੋ ਆਪਾਂ ਪ੍ਰੂਫ ਦੇਖ ਲੈਂਦੇ ਹੈਗੇ। ਸਟੇਟਮੈਂਟ ਬਿਲਕੁਲ ਸੇਮ ਪਿੱਛੇ ਨਾਲ ਦੀ ਹੈ। ਸਟੇਟਮੈਂਟ ਪੜ੍ਹਨਾ ਹੈ। ਇੱਕ f(x) is tabulated at equal distance point with spacing h, ਟੇਬਲ ਫਾਰਮ ਦਿੱਤਾ ਹੈ। ਆਹ ਵੈਲਿਊਜ਼ ਦੀ ਲੋੜ ਹੈਗੀ ਹੈ। ਪਹਿਲਾਂ ਵਾਲੀ ਸਟੇਟਮੈਂਟ ਬਿਲਕੁਲ ਸੇਮ ਪਹਿਲਾਂ ਕੀਤੀ ਹੈਗੀ ਹੈ। ਪਰ x ਇਹ y-2x-2 ਦੇ ਕੋਰਸਪੋਂਡਿੰਗ ਆ, y-1 x-1 ਦੇ ਕੋਰਸਪੋਂਡਿੰਗ ਆ, y0 x0 ਦੇ ਕੋਰਸਪੋਂਡਿੰਗ ਆ। ਇੱਦਾਂ ਕੋਰਸਪੋਂਡਿੰਗ ਵੈਲਿਊ ਗਿਵਨ ਨੇ, ਤਾਂ ਆਪਾਂ ਆਹ ਚੀਜ਼ ਪ੍ਰੂਵ ਕਰਨੀ ਹੈ। ਜਿਹੜੇ ਫਾਰਮੂਲੇ ਹੈਗੇ ਨੇ ਪਿੱਛੇ ਕੀਤਾ ਸੀ ਆਪਾਂ ਗੌਸ ਫਾਰਵਰਡ ਬੈਕਵਰਡ ਅਤੇ ਸਟਰਲਿੰਗ ਫਾਰਮੂਲੇ, ਉਹਨਾਂ ਵਿੱਚ ਆਹ ਉਰੇ ਤੱਕ ਸਟੇਟਮੈਂਟ ਸੇਮ ਹੀ ਹੈ ਤਕਰੀਬਨ ਸਾਰਿਆਂ 'ਚ। ਬਸ ਇਹ ਫਰਕ ਆ, ਗੌਸ ਕੁਛ ਹੋਰ ਸੀਗਾ, ਫਾਰਵਰਡ ਕੁਛ ਹੋਰ ਸੀ, ਬੈਕਵਰਡ ਕੁਛ, ਸਟਰਲਿੰਗ ਦੇ ਵਿੱਚ ਕੁਛ ਹੋਰ ਸੀਗਾ। ਇਹੀ ਡਿਪੈਂਡ ਬਸ ਹਰੇਕ ਮੈਥਡ ਦੇ ਵਿੱਚ f(x) ਕੱਢਣ ਦੇ ਤਰੀਕੇ ਅਲੱਗ-ਅਲੱਗ ਨੇ। ਚਲੋ ਇਹ ਕਰਦੇ ਹਾਂ ਆਪਾਂ। ਇਹਦੇ ਵਿੱਚ ਹੁਣ ਵੈਸੇ ਸਾਰੇ ਫਾਰਮੂਲੇ ਯਾਦ ਵੀ ਕਰਨੇ ਨੇ ਆਪਾਂ, ਸਟੇਟਮੈਂਟ ਵੀ ਯਾਦ ਕਰਨੀ ਹੈ ਤਾਂ ਜੋ ਆਪਾਂ ਨੂਮੈਰੀਕਲ ਦੇ ਵਿੱਚ ਇਹਨਾਂ ਨੂੰ ਲਗਾ ਸਕੀਏ। ਹੁਣ ਲੱਗ ਰਿਹਾ ਹੋਊਗਾ ਕਿ ਇਹ ਤਾਂ ਸਟੇਟਮੈਂਟ ਬੜੀ ਔਖੀ ਲੱਗ ਰਹੀ ਹੈ ਕਿ ਆਹ 2 ਟਰਮਾਂ ਨੇ, ਉਰੇ ਕੁਛ ਹੋਰ ਆ ਗਿਆ, ਫਿਰ ਇੱਕ ਟਰਮ ਆ ਗਈ, ਉਰੇ ਟਰਮਾਂ 2 ਕੋਈ ਹੋਰ ਆ ਗਈਆਂ, ਉਰੇ ਟਰਮ 1 ਆ ਗਈ ਜਾਂ 2 ਆ ਗਈਆਂ। ਤਾਂ ਇਹਦੀ ਹੈਲਪ ਕਰਨ ਵਾਸਤੇ ਆਪਾਂ ਟੇਬਲ ਤੋਂ ਯਾਦ ਕਰ ਸਕਦੇ ਹੈਗੇ। ਟੇਬਲ ਤੋਂ ਕਿਵੇਂ ਯਾਦ ਕਰਨਾ ਹੈਗਾ, ਉਹਦੇ ਵਿੱਚ ਆਪਾਂ ਜਿਵੇਂ ਟੇਬਲ ਡਰਾ ਕੀਤਾ, ਇਹ ਟੇਬਲ ਦੇ ਵਿੱਚ ਉਵੇਂ ਹੀ x0 ਵਾਸਤੇ y0 ਆ ਗਿਆ, x1 ਵਾਸਤੇ y1 ਆ ਗਿਆ। ਇਹ x-2 ਤੋਂ ਸਟਾਰਟ ਕੀਤਾ, ਲੋਡ ਸੀਗੀ ਤਾਂ ਇੱਥੋਂ ਸਟਾਰਟ ਕੀਤਾ ਹੈਗਾ। ਇੱਦਾਂ ਸੇਮ ਹੁੰਦਾ, ਮਤਲਬ ਇਹ ਡੈਲਟਾ y-2 ਹੋਊਗਾ ਫਾਰਵਰਡ ਦੇ ਵਿੱਚ, ਇਹ ਡੈਲਟਾ ਸਕੇਅਰ y-2 ਹੋਊਗਾ। ਚਲੋ ਆਪਾਂ ਦੇਖ ਲੈਣੇ ਆ, ਵੈਲਿਊ ਦਿੱਤੀਆਂ ਹੋਈਆਂ ਸਾਰੀਆਂ। ਅਗਲੀ ਵੈਲਿਊ ਕੀ, ਫਸਟ ਵੈਲਿਊ ਡੈਲਟਾ y-2 ਹੋਊਗਾ, ਇੱਕ ਐਡ ਕੀਤਾ -1, ਇੱਕ ਐਡ ਕੀਤਾ 0, ਇੱਕ ਐਡ ਕੀਤਾ 1 ਆ ਜਾਏਗਾ, ਇੱਕ ਐਡ ਕੀਤਾ 2 ਆ ਜਾਏਗਾ। ਅਗਲੀ ਟਰਮ ਵੀ ਡੈਲਟਾ, ਇੱਦਾਂ ਸੇਮ ਹੁੰਦਾ ਸਾਰਿਆਂ 'ਚ। ਵੀ ਫਸਟ ਟਰਮ ਡੈਲਟਾ ਸਕੇਅਰ -2 ਹੋਊਗੀ, ਅੱਗੇ -1 ਆਊਗੀ, ਫਿਰ 0, ਫਿਰ 1। ਇਹਦੇ ਵਿੱਚ ਵੀ ਡੈਲਟਾ Q ਤੋਂ ਸਟਾਰਟ ਹੋ ਗਿਆ -2 ਤੋਂ, ਫਿਰ -1 ਆਏਗੀ, ਫਿਰ 0 ਆਏਗੀ, ਅਗਲੀ ਵੈਲਿਊ ਵੀ ਇੱਦਾਂ ਆਏਗੀ। ਇਸ ਤੋਂ ਬਾਅਦ ਇਹ ਫਾਰਮੂਲਾ ਕਿਵੇਂ ਗਰੁੱਪਿੰਗ ਆ, ਪਹਿਲਾਂ 2 ਗਰੁੱਪ ਕੀਤੇ, ਫਿਰ 1 ਗਰੁੱਪ ਕੀਤਾ, ਫਿਰ ਆਹ 2 ਗਰੁੱਪ ਕੀਤੇ, ਫਿਰ 1 ਗਰੁੱਪ ਕੀਤਾ, ਫਿਰ ਆਹ 2 ਗਰੁੱਪ ਕੀਤੇ। ਇਹਦੀ ਹੈਲਪ ਕੀ ਹੋਊਗੀ, ਜੇ ਇੱਦਾਂ ਟੇਬਲ ਆਪਾਂ ਬਣਾ ਲਈਏ ਤਾਂ ਆਪਾਂ ਨੂੰ ਫਾਰਮੂਲਾ ਯਾਦ ਕਰਨਾ ਅਤੇ ਪ੍ਰੂਫ 'ਚ ਵੀ ਲੋੜ ਪੈਣੀ ਹੈ ਇਹਦੀ। ਉਹ ਥੋੜ੍ਹਾ ਜਿਹਾ ਸਟਾਰਟਿੰਗ ਯਾਦ ਰੱਖਣੀ ਸੌਖੀ ਰਹੇਗੀ ਆਪਾਂ ਨੂੰ। ਹੁਣ ਇਹ ਦੇਖ ਲੈਣੇ, ਪਹਿਲਾਂ 2 ਟਰਮਾਂ ਨੇ, ਬਾਕੀ ਟਰਮਾਂ ਤਾਂ ਬਣ ਹੀ ਜਾਣਗੀਆਂ। ਪਹਿਲਾਂ 2 ਟਰਮਾਂ ਨੇ (2), ਜਿੱਥੇ 2 ਟਰਮਾਂ ਲੈਣੀਆਂ ਨੇ ਫਾਰਮੂਲੇ 'ਚ (2) ਆਊਗਾ। ਚਲੋ ਦੇਖਦੇ ਹਾਂ ਆਪਾਂ। ਇਹ 1 ਟਰਮ ਆ, ਅੱਗੇ 1 ਟਰਮ ਆ, ਦੇਖੋ
ਅੱਗੇ ਫਿਰ ਦੋ ਟਰਮਾਂ ਨੇ, ਅੱਗੇ ਫਿਰ ਦੋ ਟਰਮਾਂ ਨੇ, ਆਹੀ ਸੇਮ ਨੇ, ਚੈੱਕ ਕਰ ਸਕਦੇ ਵਾਈ ਮਾਈਨਸ 1 ਵਾਈ ਨੌਟ ਆ, ਵਾਈ ਮਾਈਨਸ 1 ਵਾਈ ਨੌਟ ਆ। ਅੱਗੇ ਫਿਰ ਇੱਕ ਟਰਮ ਆ, ਇਹ ਵੀ ਇੱਕ ਟਰਮ ਆ, ਅੱਗੇ ਫਿਰ ਦੋ ਟਰਮਾਂ ਨੇ, ਇਹ ਦੋ ਟਰਮਾਂ ਨੇ। ਇਹ ਟੇਬਲ ਆਪਾਂ ਇੱਥੋਂ ਦੇਖ ਕੇ ਹੀ ਆਪਾਂ ਪ੍ਰੂਫ ਕਰਨਾ ਹੈਗਾ। ਉਹ ਪ੍ਰੂਫ ਕਿਵੇਂ ਆ, ਜੇ ਗੌਸ ਫਾਰਵਰਡ ਤੇ ਬੈਕਵਰਡ ਧਿਆਨ 'ਚ ਹੋਵੇ, ਆਪਾਂ ਇੱਕ ਪੋਲੀਨੋਮੀਅਲ ਸਪੋਜ਼ ਕਰਨੀ ਹੁੰਦੀ ਆ, ਉਹ 'ਚ ਕੌਂਸਟੈਂਟ ਪਾ ਲਈਦੇ ਹੁੰਦੇ ਨੇ, ਅਤੇ ਇਹ ਸਾਰੇ ਕੌਂਸਟੈਂਟ ਆਪਾਂ ਕੱਢਣੇ ਹੁੰਦੇ ਨੇ, ਕੰਪੇਅਰਿੰਗ ਕਰਕੇ ਸਾਰਾ ਉਵੇਂ ਜਿਵੇਂ ਗੌਸ ਫਾਰਵਰਡ ਤੇ ਬੈਕਵਰਡ 'ਚ ਕੀਤਾ ਸੀਗਾ। ਅਤੇ ਇਹਦੇ ਵਿੱਚ ਹੁਣ ਇਕੁਏਸ਼ਨ ਇਹਦੇ ਅਕੋਰਡਿੰਗ ਹੀ ਮੰਨਣੀ ਆ ਬਸ ਆਪਾਂ ਨੇ। ਮਤਲਬ ਪਹਿਲਾਂ ਕੀ ਕਰਨਾ ਆਪਾਂ ਨੇ, ਪਹਿਲਾਂ ਇਹਦੇ ਵਿੱਚ ਆਪਾਂ ਨੇ ਆਹ ਦੋ ਟਰਮਾਂ ਨੇ, ਇਹ ਦੋ ਟਰਮਾਂ ਲਈਆਂ ਅਪੋਨ 2, ਜਿਸ ਦੋ ਟਰਮਾਂ ਅਪੋਨ 2 ਲੈਣਾ। ਫਿਰ ਇਹ ਸਿੰਗਲ ਟਰਮ ਲਈ ਕੌਂਸਟੈਂਟ b1 ਪਾ ਲਿਆ, ਫਿਰ ਦੋ ਟਰਮਾਂ ਅਪੋਨ 2 ਲੈਣੀਆਂ ਨੇ, ਕੌਂਸਟੈਂਟ b2 ਪਾ ਲਿਆ, ਫਿਰ ਸਿੰਗਲ ਟਰਮ ਲਈ ਫਿਰ ਉਵੇਂ ਦੋ ਟਰਮਾਂ ਅਪੋਨ 2 ਪਾ ਕੇ ਅਗਲਾ ਕੌਂਸਟੈਂਟ ਪਾ ਲਿਆ। ਇਹ ਚੀਜ਼ f(x) ਸਟੇਟਮੈਂਟ ਤੋਂ ਦੇਖ ਕੇ ਮੰਨਣੀ ਆ ਸਾਰਿਆਂ 'ਚ। ਉਰੇ ਦੇਖੋ ਆਹ ਇੱਦਾਂ ਹੀ ਲੈ ਲਿਆ, ਉਰੇ b1 ਮੰਨ ਲਿਆ, ਉਰੇ b2 ਮੰਨ ਲਿਆ, ਇੱਥੇ b3 ਮੰਨ ਲਿਆ, ਇੱਥੇ b4 ਮੰਨ ਲਿਆ। ਸ਼ਾਇਦ ਹੁਣ ਧਿਆਨ ਦੇ ਵਿੱਚ ਹੋਵੇ ਜਾਂ ਸਮਝ ਆ ਗਿਆ ਹੋਵੇ ਕੁਛ। ਇਹਦੇ ਵਿੱਚੋਂ ਬਸ ਆਪਣਾ ਕੰਮ ਕੀ ਹੈ, b1 ਦੀ ਵੈਲਿਊ ਕੱਢਣੀ ਹੈ, b2 ਕੱਢਣਾ, b3 ਕੱਢਣਾ ਅਤੇ b4 ਆਨਸਰ ਕੱਢਣੇ ਬਸ। ਇਹਦੇ ਵਿੱਚ ਇਹ ਇੱਦਾਂ ਕੁਐਸਚਨ ਕਰਨੇ ਨੇ। ਹੁਣ ਇਹ ਵੈਲਿਊ ਕੱਢਣੀ ਕਿਵੇਂ ਹੈਗੀ ਹੈ, ਬਿਲਕੁਲ ਸੇਮ ਜਿਹੜਾ ਪ੍ਰੋਸੀਜਰ ਹੈਗਾ ਜਿਵੇਂ ਗੌਸ ਫਾਰਵਰਡ ਅਤੇ ਬੈਕਵਰਡ ਦੇ ਵਿੱਚ ਸੀਗਾ, ਸਾਰਿਆਂ 'ਚ ਹੀ ਮੈਥਡ ਸੇਮ ਹੈ। ਬਸ ਆਹ ਸਟਾਰਟਿੰਗ ਹੈਗੀ ਹੈ, ਬਿਲਕੁਲ ਸੇਮ ਉੱਦਾਂ ਹੀ ਕਰਾਂਗੇ। ਪੀ ਦੀ ਵੈਲਿਊ ਦਿੱਤੀ ਹੋਈ ਸੀ ਬਿਲਕੁਲ ਸੇਮ ਪਹਿਲਾਂ ਵੀ ਸੀਗੀ, ਐਕਸ ਨੌਟ ਦੀ ਵੈਲਿਊ ਆ ਗਈ ਕ੍ਰਾਸ ਮਲਟੀਪਲਾਈ ਕਰਕੇ। ਪਹਿਲਾਂ ਇਹਨੂੰ ਸੋਲਵ ਕਰਾਂਗੇ, ਫਿਰ ਇਹਨੂੰ ਸੋਲਵ ਕਰਾਂਗੇ, ਫਿਰ ਦੋਨਾਂ ਨੂੰ ਆਪਸ 'ਚ ਕੰਪੇਅਰ ਕਰਾਂਗੇ। ਪਹਿਲਾਂ ਵੀ ਇਹੀ ਕਰਦੇ ਆ ਰਹੇ ਹਾਂ ਆਪਾਂ, ਇਹਨੂੰ ਸੋਲਵ ਕੀਤਾ ਸੀ ਪਹਿਲਾਂ ਵੀ। ਇਹ f(x ਨੌਟ ਪਲੱਸ ph) ਹੋ ਗਿਆ, ਐਕਸ ਦੀ ਵੈਲਿਊ ਭਰਤੀ, ਇਹਨੂੰ e ਦੀ ਪਾਵਰ p ਲਿਖ ਸਕਦੇ ਹਾਂ ਉਵੇਂ ਆ। ਇਹ e ਦੀ ਪਾਵਰ p ਵਾਈ ਨੌਟ ਆ ਗਿਆ, ਇਹਦੀ ਵੈਲਿਊ ਭਰਤੀ ਆਪਾਂ ਨੇ 1 ਪਲੱਸ ਡੈਲਟਾ p। ਇਹ ਬਾਇਨੋਮੀਅਲ ਲਾਈ ਹੈ ਜੀ ਆਪਾਂ ਨੇ, ਇਹ ਪਿੱਛੇ ਲਾਈ ਸੀ ਆਪਾਂ ਗੌਸ ਦੇ ਵਿੱਚ। ਜੇ ਥੋੜ੍ਹੀ ਜਿਹੀ ਔਖਾ ਲੱਗ ਰਿਹਾ ਹੈਗਾ ਤਾਂ ਪਹਿਲਾਂ ਗੌਸ ਵਾਲਾ ਲੈਕਚਰ ਪੜ੍ਹ ਲਈਓ। ਇਸ ਤੋਂ ਬਾਅਦ ਆਪਾਂ ਨੇ ਫਿਰ ਇਹਨਾਂ ਨੂੰ ਵਾਈ ਨੌਟ ਨੂੰ ਮਲਟੀਪਲਾਈ ਕਰਤਾ, ਅੰਦਰ ਮਲਟੀਪਲਾਈ ਕਰਕੇ ਆਹ ਚੀਜ਼ ਬਣ ਗਈ। ਇਹ ਆ ਗਈ ਆਪਣੇ ਕੋਲ ਲੈਫਟ ਹੈਂਡ ਸਾਈਡ, ਇਹ f(x) ਦੀ ਵੈਲਿਊ ਆ ਗਈ ਜੀ ਆਪਣੇ ਕੋਲ। ਹੁਣ ਰਾਈਟ ਹੈਂਡ ਸਾਈਡ ਨੂੰ ਆਪਾਂ ਸਾਰੇ ਨੂੰ ਜਿਵੇਂ ਪਿੱਛੇ ਗੌਸ ਕੀਤਾ ਸੀਗਾ ਡੈਲਟਾ 'ਚ ਕਨਵਰਟ ਕਰਨਾ, ਵਾਈ ਨੌਟ ਵਾਲੀ ਟਰਮ 'ਚ ਕਨਵਰਟ ਕਰਨਾ। ਮਤਲਬ ਇਹਨੂੰ ਕਨਵਰਟ ਕਰਨਾ ਪਹਿਲਾਂ y1 ਨੂੰ ਵਾਈ ਨੌਟ 'ਚ ਬਣਾਉਣਾ, ਵਾਈ ਨੌਟ ਡੈਲਟਾ ਵਾਈ ਨੌਟ ਇੱਦਾਂ ਕਨਵਰਟ ਕਰਨਾ, ਸਾਰੇ ਕਿਤੇ ਵਾਈ ਨੌਟ ਹੀ ਆਵੇ। ਪਹਿਲਾਂ ਇਹਨੂੰ ਕੱਢ ਲਿਆ ਆਪਾਂ ਨੇ e ਦੀ ਪਾਵਰ 1 ਕਰਕੇ ਨਾ, ਉਵੇਂ 1 ਪਲੱਸ ਡੈਲਟਾ ਹੋ ਗਿਆ, ਇਹ ਬਣ ਗਿਆ ਆਪਣੇ ਕੋਲ। ਇਸ ਤੋਂ ਬਾਅਦ ਇਹਨੂੰ ਲੋੜ ਨਹੀਂ ਛੱਡਦੀ, ਬਣਿਆ ਪਿਆ। ਹੁਣ ਇਹ ਕੱਢਾਂਗੇ ਡੈਲਟਾ ਸਕੇਅਰ ਵਾਈ ਮਾਈਨਸ 1, ਪਿੱਛੇ ਕੱਢਿਆ ਹੋਇਆ ਆਪਾਂ ਨੇ। ਇਹ ਡੈਲਟਾ ਸਕੇਅਰ ਵਾਈ ਮਾਈਨਸ 1 ਹੋ ਗਿਆ, ਡੈਲਟਾ ਸਕੇਅਰ e ਦੀ ਪਾਵਰ -1 ਵਾਈ ਨੌਟ ਆ ਗਿਆ, ਇਹਦੀ ਵੈਲਿਊ ਭਰਤੀ ਆਪਾਂ ਨੇ। ਅਤੇ ਬਾਇਨੋਮੀਅਲ ਲਾਈ ਹੈ ਜੀ, ਇਹ ਅੰਦਰ ਮਲਟੀਪਲਾਈ ਕਰਤਾ, ਨਾਲੇ ਵਾਈ ਨੌਟ ਮਲਟੀਪਲਾਈ ਕੀਤਾ। ਕੋਸ਼ਿਸ਼ ਇਹ ਕੀਤੀ ਆ ਕਿ ਡੈਲਟਾ 4 ਤੱਕ ਹੀ ਜਾਣਾ, ਇਸ ਤੋਂ ਅੱਗੇ ਟਰਮ ਲੋੜ ਨਹੀਂ ਕੱਢਣ ਦੀ, ਬਿਕੋਜ਼ ਫਾਰਮੂਲੇ 'ਚ ਆਪਾਂ ਨੇ ਸਿਰਫ ਡੈਲਟਾ 4 ਤੱਕ ਹੀ ਪ੍ਰੂਵ ਕਰਨਾ, ਡੈਲਟਾ 4 ਤੱਕ ਹੀ ਜਾਣਾ ਆਪਾਂ ਨੇ, ਇਸ ਕਰਕੇ ਅੱਗੇ ਲੋੜ ਨਹੀਂ ਹੈ। ਡੈਲਟਾ 5 ਡੈਲਟਾ 6 ਦੀ ਲੋੜ ਨਹੀਂ ਹੈਗੀ। ਫਿਰ ਉਵੇਂ ਹੁਣ ਹੋਰ ਚਾਹੀਦਾ ਆਪਾਂ ਨੂੰ ਇਹਦੇ ਵਿੱਚ ਆ ਵੀ ਕੱਢ ਲਿਆ ਆਪਾਂ ਨੇ, ਆਹ ਸਿੱਧਾ ਹੀ ਗਿਵਨ। ਹੁਣ ਆਹ ਤਿੰਨ ਟਰਮਾਂ ਰਹਿ ਗਈਆਂ ਆਪਣੀਆਂ, ਆਹ ਚਲੋ ਡੈਲਟਾ ਕਿਊ ਵਾਈ -1 ਕੱਢਦੇ ਹਾਂ, ਡੈਲਟਾ ਕਿਊ ਵਾਈ -1 ਹੋ ਗਿਆ ਆਪਣੇ ਕੋਲ। ਇਹ ਡੈਲਟਾ ਸਕੇਅਰ ਕੱਢਿਆ ਹੋਇਆ ਸੀ, ਨਾਲ ਡੈਲਟਾ ਪਾ ਲਿਆ, ਇਹਨੂੰ ਡੈਲਟਾ ਮਲਟੀਪਲਾਈ ਕਰਤਾ। ਸਿਰਫ 4 ਤੱਕ ਹੀ ਚਾਹੀਦਾ ਸੀ ਤਾਂ ਦੋ ਟਰਮਾਂ ਪਾਈਆਂ ਇਕੱਲੀਆਂ। ਉਵੇਂ ਡੈਲਟਾ 4 ਲਿਆ ਆਪਾਂ ਨੇ,
ਇਹ ਡੈਲਟਾ ਕਿਊ ਨਾਲ ਅੱਗੇ ਡੈਲਟਾ ਪੈ ਗਿਆ। ਇਹ ਵੀ ਇੱਕ ਟਰਮ ਤਾਂ ਪਾਈ ਬਿਕੋਜ਼ ਡੈਲਟਾ 4 ਤੱਕ ਹੀ ਲੈ ਕੇ ਜਾਣਾ ਆਪਾਂ ਨੇ। ਇਹ y-2 ਸੋਲਵ ਕੀਤਾ ਆਪਾਂ ਨੇ, e ਦੀ ਪਾਵਰ -2 ਕਰ e ਦੀ ਵੈਲਿਊ ਭਰਤੀ, ਬਾਇਨੋਮੀਅਲ ਜਿਵੇਂ ਗੌਸ ਕੀਤੀ ਹੋਈ ਆ ਉਹ ਬਣ ਗਿਆ ਅੱਗੇ। ਇਹ ਥੋੜ੍ਹੀ ਸਪੀਡ ਮੈਂ ਤਾਂ ਤੇਜ਼ ਕੀਤੀ ਹੋਈ ਹੈਗੀ ਆ ਕਿ ਇਹ ਟੌਪਿਕ ਤਕਰੀਬਨ ਗੌਸ ਵਾਲਾ ਬਿਲਕੁਲ ਸੇਮ ਆ, ਉੱਦਾਂ ਹੀ ਚੱਲ ਰਿਹਾ ਹੈਗਾ ਅਤੇ ਉੱਥੇ ਸਮਝਾਇਆ ਹੈ। ਇਹਦੇ ਵਿੱਚ ਅੱਗੇ ਆਪਾਂ ਨੇ ਫਿਰ ਇਹ ਵੈਲਿਊਜ਼ ਭਰਨੀਆਂ ਨੇ। ਇਹਦੇ ਵਿੱਚ ਦੇਖ ਲਓ y1 ਦੀ ਵੈਲਿਊ ਭਰੀ ਪਹਿਲਾਂ, ਇਹ ਤਾਂ ਜਿਹੜੀ ਹੈਗੀ ਹੈ fx ਦੀ ਵੈਲਿਊ ਆ, fx ਦਾ ਭਰਤਾ, ਹੁਣ ਇਹ 'ਚ ਵੈਲਿਊ ਭਰਾਂਗੇ, fx ਦੀ ਵੈਲਿਊ ਭਰਤੀ ਹੁਣ ਇਹ 'ਚ ਆ ਚੈੱਕ ਕਰ ਲਓ। ਇਹ ਹੈਗਾ y0 ਐਜ਼ ਇਟ ਇਜ਼ ਆ ਗਿਆ। y1 ਦੀ ਵੈਲਿਊ ਭਰੀ ਆਪਾਂ ਨੇ, ਇੱਥੋਂ ਦੇਖ ਲਿਓ ਇਹ y ਪਲੱਸ ਡੈਲਟਾ y0 ਆ। y1 ਦੀ ਵੈਲਿਊ ਆਪਾਂ ਨੇ y ਪਲੱਸ ਡੈਲਟਾ y0 ਕੀਤਾ ਹੋਇਆ, ਅਪੋਨ 2 ਸੀਗਾ, ਅਪੋਨ 2 ਉੱਦਾਂ ਹੀ ਆ ਗਿਆ। ਹੁਣ b1 ਤਾਂ ਇਹ ਡੈਲਟਾ y0 ਤਾਂ ਇੱਦਾਂ ਹੀ ਆ ਜਾਊਗਾ। ਹੁਣ b2 ਬਾਹਰ ਰੱਖ ਕੇ ਇਹਦੀ ਵੈਲਿਊ ਭਰ ਰਹੇ ਆਪਾਂ, ਇੱਦਾਂ ਹੀ ਆ ਗਿਆ। b2 ਬਾਹਰ ਰੱਖ ਕੇ ਇਹਦੀ ਵੈਲਿਊ ਭਰਤੀ, ਇੱਦਾਂ ਹੀ ਆ ਗਿਆ। ਹੁਣ ਇਹਦੀ ਵੈਲਿਊ ਭਰਤੀ, ਅੱਗੇ ਆਪਾਂ ਨੇ 4 ਦੀ ਭਰਤੀ, ਇਹਦੀ ਭਰਤੀ ਵੈਲਿਊ, ਇਹ ਦੋਹਾਂ ਦੀ ਵੈਲਿਊ ਭਰਤੀ ਅਪੋਨ 2। ਬਸ ਹੁਣ ਕੁਛ ਨਹੀਂ ਹੈ, ਕੰਪੇਅਰਿੰਗ ਕਰਨੀ, ਆਪਣਾ ਆਂਸਰ ਆ ਜਾਏਗਾ। ਸਾਰੇ ਮੈਥਡ ਇਹੀ, ਜਿਹੜਾ ਅਗਲਾ ਮੈਥਡ ਕਰਨਾ ਉਹ ਵੀ ਇਹੀ ਕੁਛ ਹੈ। ਜੋ ਕੰਪੇਅਰਿੰਗ ਕਰ ਰਹੇ ਹੋ, ਕੰਪੇਅਰਿੰਗ ਦੇਖ ਲਵੋ। ਥੋੜ੍ਹੀ ਕਲੈਰਿਟੀ ਜੀ ਇਹ 'ਚ ਘੱਟ ਆ ਰਹੀ ਹੈਗੀ ਆ, ਉਹ ਦੇਖ ਲਿਓ ਤੁਸੀਂ ਨੋਟਸ 'ਚੋਂ ਚੈੱਕ ਕਰ ਲਿਓ ਪ੍ਰੋਪਰ। ਅਤੇ ਜੋ ਕੰਪੇਅਰਿੰਗ ਕਰਾਂਗੇ ਆਪਾਂ, ਦੇਖੋ ਧਿਆਨ ਨਾਲ, y0 ਉਰੇ ਇਹ ਤਾਂ ਬਰਾਬਰ ਹੀ ਹੋਣਗੇ, ਕਿਉਂਕਿ 2y0 ਅਪੋਨ 2 y0 ਤਾਂ ਬਰਾਬਰ ਹੀ ਆਊਗਾ। ਹੁਣ ਆਪਾਂ ਨੇ ਕੱਢਣਾ ਕੋਐਫੀਸ਼ੀਐਂਟ ਪਹਿਲਾਂ ਡੈਲਟਾ y0 ਦਾ। ਇੱਥੇ ਡੈਲਟਾ y0 ਦਾ ਕੋਐਫੀਸ਼ੀਐਂਟ p ਆ, ਇੱਧਰ p ਪਾ ਲਿਆ ਆਪਾਂ ਨੇ। ਹੁਣ ਥੋੜ੍ਹਾ ਜਿਹਾ ਇੱਥੇ ਧਿਆਨ ਦੇਈਓ ਕਿ ਇੱਥੇ ਵੈਲਿਊ ਕੀ ਹੈ ਆਪਣੇ ਕੋਲ। ਡੈਲਟਾ y0 ਦਾ ਕੋਐਫੀਸ਼ੀਐਂਟ ਇੱਕ ਤਾਂ b1, ਇੱਕ ਗੌਰ ਨਾਲ ਦੇਖੀਏ ਇਹਦੇ ਵਿੱਚ ਹੀ ਵੈਲਿਊ ਆ ਰਹੀ ਹੈ, ਡੈਲਟਾ y0 ਦੇ ਨਾਲ ਹਾਫ ਆਊਗਾ, ਤਾਂ ਇਹ ਹਾਫ ਵੈਲਿਊ ਆ ਜਾਏਗੀ, ਤਾਂ b1 ਦੀ ਵੈਲਿਊ ਆ ਜਾਏਗੀ p ਮਾਈਨਸ ਹਾਫ। ਇੱਦਾਂ ਵੈਲਿਊਜ਼ ਕੱਢੀ ਜਾਣੀ ਆ, ਸੋਲਵ ਹੋਈ ਜਾਊਗਾ। ਇਸ ਤੋਂ ਬਾਅਦ b2 ਕੱਢਾਂਗੇ, ਡੈਲਟਾ ਸਕੇਅਰ y0 ਦਾ ਕੋਐਫੀਸ਼ੀਐਂਟ ਲਿਆ, ਡੈਲਟਾ ਸਕੇਅਰ y0 ਦਾ ਕੋਐਫੀਸ਼ੀਐਂਟ ਇੱਧਰਲੇ ਪਾਸੇ ਹੈਗਾ p ਮਾਈਨਸ 1/2 ਫਿੱਟ ਹੋ ਰਹੀ ਆ, ਇੱਧਰ ਕੱਢਦੇ ਹਾਂ ਆਪਾਂ। ਇਹ 'ਚ ਡੈਲਟਾ ਸਕੇਅਰ y0 ਨਹੀਂ ਹੈਗਾ, ਡੈਲਟਾ ਸਕੇਅਰ y0 ਇੱਕ ਆ ਸੀ, ਇੱਕ ਆ ਸੀ। ਇਹਦਾ ਕੋਐਫੀਸ਼ੀਐਂਟ ਕੀ ਹੋਊਗਾ, b2 ਮਲਟੀਪਲਾਈ ਹੋਊਗਾ b2 ਅਪੋਨ 2। ਇਹਦਾ ਕੋਐਫੀਸ਼ੀਐਂਟ ਕੀ ਹੋਊਗਾ, ਇਹ b2 ਮਲਟੀਪਲਾਈ ਹੋਏਗਾ b2 ਅਪੋਨ 2, ਮਤਲਬ b2 ਪਲੱਸ b2 ਅਪੋਨ 2 ਆ ਜਾਏਗਾ। ਤਾਂ b2 ਦੀ ਵੈਲਿਊ ਜਿਹੜੀ ਹੈਗੀ ਆ p ਮਾਈਨਸ 1/2 ਫੈਕਟੋਰੀਅਲ ਆ ਜਾਏਗੀ। ਡੈਲਟਾ ਕਿਊ y0 ਲਿਆ ਆਪਾਂ ਨੇ, ਡੈਲਟਾ ਕਿਊ ਦੇ ਵਿੱਚ ਇੱਕ ਤਾਂ ਇੱਥੇ ਡੈਲਟਾ ਕਿਊ ਬਾਰ ਹੈ, ਇੱਕ ਇੱਥੇ ਡੈਲਟਾ ਕਿਊ ਬਾਰ ਹੈ। ਉਹਦੇ ਕੋਐਫੀਸ਼ੀਐਂਟ ਬਣੇਗਾ ਮਾਈਨਸ b2 ਅਪੋਨ 2, ਮਾਈਨਸ b2 ਅਪੋਨ 2, ਇੱਥੇ ਬਣੇਗਾ b3, ਅਤੇ ਇੱਥੇ ਹੈਗਾ ਡੈਲਟਾ ਕਿਊ ਦਾ ਇਹ ਕੋਐਫੀਸ਼ੀਐਂਟ। ਇਹਨੂੰ ਫਿਰ ਆਪਾਂ ਨੇ b2 ਦੀ ਵੈਲਿਊ ਭਰਤੀ, ਉੱਧਰ ਆ ਕੇ ਪੋਜ਼ੀਟਿਵ ਕਰ ਲਿਆ, ਇਹਨੂੰ ਸੋਲਵ ਕੀਤਾ, ਰੀਅਰੇਂਜਮੈਂਟ ਕੀਤੀਆਂ, ਆਹ ਟਰਮ ਆਪਣੀ ਬਣ ਗਈ b3। ਹੁਣ ਇੱਕ ਰਹਿ ਗਈ b4 ਬਸ। ਉਹ ਡੈਲਟਾ 4 y0 ਕੰਪੇਅਰ ਕਰ ਲਵਾਂਗੇ। ਡੈਲਟਾ 4 y0 ਆਪਾਂ ਜਦੋਂ ਕੰਪੇਅਰ ਕੀਤਾ, ਚਲੋ ਆਹ ਵੈਲਿਊ ਤਾਂ ਪਹਿਲਾਂ ਦੂਜੇ ਪਾਸੇ ਪਾ ਲਵਾਂਗੇ। ਉਰੇ ਡੈਲਟਾ 4 ਇੱਕ ਤਾਂ ਆਹ ਟਰਮ ਆ ਰਹੀ ਡੈਲਟਾ 4 ਦੀ, ਇੱਕ ਆਹ, ਇੱਥੇ ਆਊਗਾ b2/2, ਇੱਥੇ ਮਾਈਨਸ b3, ਇੱਥੇ ਆਊਗਾ ਦੇਖੋ ਗੌਰ ਨਾਲ b4, ਇੱਕ ਇਹ ਡੈਲਟਾ y4 ਆ, ਇੱਕ ਇਹ ਡੈਲਟਾ 4 y0 ਆ। b4 ਪਲੱਸ b4 ਅਪੋਨ 2 ਤਾਂ ਹੈਗਾ ਹੀ ਆ। ਇਹਦੇ ਵਿੱਚ ਫਿਰ ਆਪਾਂ ਇਹ ਟਰਮ ਇੱਧਰ ਲੈ ਕੇ b2 ਦੀ ਵੈਲਿਊ ਭਰਤੀ, ਇਹ ਟਰਮ ਇੱਧਰ ਲੈ ਕੇ b3 ਵੈਲਿਊ ਭਰਤੀ, ਇਹ b4 ਬਣ ਗਿਆ। ਇਸ ਤੋਂ ਬਾਅਦ ਇਹ 'ਚੋਂ ਕਾਮਨ ਕੱਢਿਆ ਹੈਗਾ, ਕੁਛ ਰੀਅਰੇਂਜਮੈਂਟਸ ਕੀਤੀਆਂ ਨੇ, ਇਹ ਟਰਮ ਕਰਕੇ ਆਪਣੇ ਕੋਲ ਆਹ ਚੀਜ਼ ਬਣ ਗਈ। ਬਸ ਇਹ ਸਾਰੇ ਵੈਲਿਊ ਚੱਕ ਕੇ ਆਪਾਂ fx 'ਚ ਭਰਤੀਆਂ, ਇਹ ਆਪਣਾ ਆਂਸਰ ਆ ਜਾਏਗਾ। ਇਹ ਕੁਐਸਚਨ ਤਕਰੀਬਨ ਸੌਖੇ ਹੀ ਨੇ, ਜੇ ਤੁਹਾਨੂੰ ਇਹ ਫੋਰਮ ਯਾਦ, ਮੈਥਡ ਯਾਦ, ਅਤੇ ਤੁਹਾਨੂੰ ਇਹ ਫੋਰਮ ਯਾਦ ਆ ਕਿ fx ਕਿੱਦਾਂ ਮੰਨਣਾ। ਮੰਨਿਆ ਫਾਰਮੂਲੇ, ਜੇ ਫਾਰਮੂਲਾ ਵੀ ਯਾਦ ਹੈਗਾ
ਬਸ ਇਹੀ ਆ ਕਿ ਪਹਿਲਾਂ ਆਹ ਆ ਗਿਆ, ਫਿਰ ਵਾਈ ਨੋਟ ਨਾਲ B1 ਲੈਣਾ, ਇਹਦੇ ਨਾਲ B2 ਲੈਣਾ, ਇਹਦੇ ਨਾਲ B3 ਲੈਣਾ, ਤਾਂ ਮਤਲਬ ਕਿ ਇਹਦੇ ਨਾਲ B3 ਲੈਣਾ। ਇਹ ਸੌਖਾ ਜਿਹਾ ਰੱਖਣਾ, ਤਾਂ ਹੀ ਟੇਬਲ ਪਹਿਲਾਂ ਕੀਤਾ ਹੈਗਾ। ਇਹਨਾਂ ਟੇਬਲ ਨਾ ਇਹ ਰਫ ਵਰਕ ਆ, ਇਹ ਤੁਹਾਡੀ ਮਰਜ਼ੀ ਆ, ਜੇ ਡਰਾਅ ਕਰੋਗੇ ਪੇਪਰ 'ਚ ਤਾਂ ਵੀ ਠੀਕ ਆ, ਜੇ ਨਹੀਂ ਡਰਾਅ ਕਰੋਗੇ ਤਾਂ ਵੀ ਠੀਕ ਆ। ਬਈ ਟੇਬਲ ਦਾ ਫਾਇਦਾ ਹੀ ਆ, ਤੁਹਾਨੂੰ ਧਿਆਨ 'ਚ ਰਹੂਗਾ ਇਹਦੇ ਵਿੱਚ ਕਿ ਆਪਾਂ ਨੇ FX ਕਿੱਦਾਂ ਮੰਨਣਾ ਹੈਗਾ। 2 ਟਰਮਾਂ 'ਚ upon 2 ਕਰਨਾ, ਸਿੰਗਲ 'ਚ upon 2 ਨਹੀਂ ਕਰਾਂਗੇ, ਇਹ 'ਚ ਵੀ upon 2 ਕਰਾਂਗੇ, ਇਹ 'ਚ ਨਹੀਂ ਕਰਾਂਗੇ, ਇਹ 'ਚ ਵੀ upon 2 ਕਰਾਂਗੇ। ਅੱਗੇ ਫਾਰਮੂਲਾ ਕਰਨਾ ਆਪਾਂ ਨੇ ਐਵਰੇਜ ਫਾਰਮੂਲਾ, ਇਹ ਬਿਲਕੁਲ ਸੇਮ ਸਟੇਟਮੈਂਟ, ਸੇਮ ਉਹੀ ਮਤਲਬ FX is tabulated at equidistance point with the spacing h, ਇਹ ਵੈਲਿਊਜ਼ ਨੇ ਕੋਰਸਪੋਂਡਿੰਗ ਟੂ ਡਿਸ। ਹੁਣ ਇਹਦੇ ਵਿੱਚ ਵੀ ਬਸ ਇਹ 'ਚ ਫਰਕ ਹੈ, ਫਾਰਮੂਲਾ ਇੱਦਾਂ ਦਾ। ਇਹਦੇ ਵਿੱਚ ਕੀ ਹੈਗਾ ਆਪਣੇ ਕੋਲ 2 ਸੀਰੀਜ਼ ਨੇ, ਇੱਕ ਆਹ ਸੀਰੀਜ਼ ਆ, ਇੱਕ ਆਹ ਸੀਰੀਜ਼ ਆ। ਇਹਦੇ ਵਿੱਚ ਆਪਣੇ ਕੋਲ ਪਹਿਲਾਂ ਇੱਕ ਟਰਮ ਆ ਗਈ, ਫਿਰ ਡੈਲਟਾ ਸਕੇਅਰ ਆ ਗਿਆ ਉਹਦਾ, ਫਿਰ ਡੈਲਟਾ 4 ਆ ਗਿਆ। ਇਹ ਵੀ ਸਿੰਗਲ ਟਰਮ ਸਿੰਪਲ ਆ, ਫਿਰ ਡੈਲਟਾ ਸਕੇਅਰ ਆ ਗਿਆ, ਫਿਰ ਡੈਲਟਾ 4 ਆ ਗਿਆ। ਇਹ ਯਾਰ ਆਪਣੀ ਸੋਈ ਸੌਖੀ ਜੀ ਹੈਗੀ ਆ, ਲੱਗ ਰਿਹਾ ਹੋਗਾ ਪਤਾ। ਇੱਥੇ Q -1 Q ਸਕੇਅਰ -1 ਦਾ ਸਕੇਅਰ upon 3 ਫੈਕਟੋਰੀਅਲ ਆ ਗਿਆ। ਇੱਥੇ -2 ਸਕੇਅਰ ਟਰਮ ਆ ਗਈ, 5 ਫੈਕਟੋਰੀਅਲ ਆ ਗਿਆ। ਅੱਗੇ 3 ਸਕੇਅਰ ਵਾਲੀ ਟਰਮ ਆ ਜਾਏਗੀ, 7 ਫੈਕਟੋਰੀਅਲ ਨੀਚੇ ਆ ਜਾਏਗਾ। ਇਹ ਤੁਸੀਂ ਦੇਖ ਸਕਦੇ ਹੋ, ਇਹ ਬਗੈਰ ਡੈਲਟਾ ਤੋਂ ਡੈਲਟਾ ਸਕੇਅਰ ਪਾਇਆ, ਫਿਰ ਡੈਲਟਾ 4 ਪਾਇਆ, 2 ਵੱਧ ਰਹੇ ਨੇ। ਨੀਚੇ ਇੱਕ ਘਟਾਉਣਾ, ਇੱਕ ਘਟਾਇਆ -1, ਇੱਕ ਘਟਾਇਆ -2। ਇਹ y1 ਤੋਂ ਸਟਾਰਟ ਹੋ ਰਿਹਾ, ਪਹਿਲਾਂ y0 ਤੋਂ ਸਟਾਰਟ ਕਰਨਾ, ਫਿਰ y1 ਤੋਂ। ਹੁਣ ਇਹ y1 ਤੋਂ ਸਟਾਰਟ ਹੋ ਰਿਹਾ, ਡੈਲਟਾ ਸਕੇਅਰ ਡੈਲਟਾ 4 ਇੱਦਾਂ ਵਧਣਗੇ। ਇੱਕ ਹੀ ਘਟਾਉਣਾ, ਇੱਕ 'ਚੋਂ ਘਟਾਇਆ 0, ਫਿਰ ਇੱਕ 0 'ਚੋਂ ਇੱਕ ਘਟਾਇਆ -1। ਇਹ 'ਚ Q ਆ, ਇਹ 'ਚ P ਆ, ਅਤੇ Q ਕਿਵੇਂ ਨਿਕਲੂ, ਉਹ 1 - P ਆ। P ਦਾ ਫਾਰਮੂਲਾ ਪਿੱਛੇ ਨਾਲ ਦਾ ਹੀ ਡਾਇਰੈਕਟ ਵੀ ਹੈਗਾ, ਨਹੀਂ ਤਾਂ ਟੇਬਲ ਤੋਂ ਕਰ ਲਓ ਤਾਂ ਬਹੁਤ ਚੰਗੀ ਗੱਲ ਆ। ਟੇਬਲ 'ਚ ਆਪਾਂ ਯਾਦ ਕਰ ਸਕਦੇ ਹਾਂ। ਉਹ ਟੇਬਲ ਦੇ ਵਿੱਚੋਂ ਆਪਾਂ ਯਾਦ ਕਰਾਂਗੇ, ਜਿਵੇਂ ਆਹ ਵੈਲਿਊਜ਼ ਆ ਗਏ ਟੇਬਲ ਦੇ ਵਿੱਚੋਂ, ਇਹ 'ਚ ਇੱਦਾਂ ਹੁੰਦੀਆਂ ਨੇ। ਸਕਿੱਪ ਹੁੰਦਾ, ਪਹਿਲਾਂ ਆਹ ਫਿਰ ਇੱਕ ਲੈਣੀ ਆ, ਫਿਰ ਜਿਹੜੀ ਇੱਕੋ ਲਾਈਨ 'ਚ ਆ ਰਹੀ ਉਹ ਲੈਣੀ ਆ, ਆਹ ਸਕਿੱਪ ਕਰਨੀ ਆ, ਛੱਡਣੀਆਂ ਨੇ ਆਪਾਂ ਨੇ। ਹੁਣ ਇਹ ਵੀ y1 ਦੇ ਸਾਹਮਣੇ ਆਹ ਆਊਗੀ, ਇਹਦੇ ਸਾਹਮਣੇ ਇਹ ਆਊਗੀ, ਤਾਂ ਇਹ ਫਿਰ ਡੈਲਟਾ ਸਕੇਅਰ ਆਊਗਾ, ਫਿਰ ਡੈਲਟਾ 4 ਆਊਗਾ। ਇਹ ਟਰਮਾਂ ਪਹਿਲੀਆਂ Q ਵਾਲੀਆਂ ਨੇ, ਇਹ ਟਰਮਾਂ P ਵਾਲੀਆਂ ਨੇ। ਚਲੋ ਇੱਥੋਂ ਦੇਖ ਕੇ ਹੁਣ ਇਹੀ ਜੇ ਇਹ ਆਪਾਂ ਨੂੰ ਧਿਆਨ 'ਚ ਹੋਊਗਾ, ਇੱਥੋਂ ਦੇਖ ਕੇ ਲਾ ਜਾਓ ਪਤਾ ਆਪਾਂ ਨੂੰ ਫੰਕਸ਼ਨ ਕਿੱਦਾਂ ਮੰਨਣਾ। ਫੰਕਸ਼ਨ ਦੇਖ ਲਓ ਕਿੱਦਾਂ ਮੰਨਾਂਗੇ। ਹੁਣ ਇਹਦੇ ਵਿੱਚ ਆਪਾਂ ਨੇ ਜੇ ਲੱਗ ਰਿਹਾ ਫਾਰਮੂਲੇ ਵਿੱਚ y0 ਤੋਂ ਪਹਿਲਾਂ ਵੀ Q ਲੈ ਕੇ ਆਉਣਾ, ਵੈਲਿਊ ਕੱਢਣੀ ਆ, ਤਾਂ ਫੰਕਸ਼ਨ ਆਪਾਂ ਇੱਦਾਂ ਲੈਟ ਕੀਤਾ। y0 ਨਾਲ ਵੀ E0 ਪਾਵਾਂਗੇ ਆਪਾਂ, ਬਿਕੋਜ਼ y0 ਨਾਲ ਵੀ ਆਪਾਂ ਕੱਢਣਾ ਹੈਗਾ। ਇਹ ਗੱਲ ਦਾ ਜ਼ਿਕਰ ਮੈਂ ਤਾਂ ਕਰ ਰਿਹਾ ਹੈਗਾ, ਜਿਹੜੇ ਪਿੱਛੇ ਫਾਰਮੂਲੇ ਆਪਾਂ ਕੀਤੇ ਹੈਗੇ ਨੇ ਉਹਨਾਂ ਵਿੱਚ ਇਹ ਟਰਮ ਸਿੰਪਲ y0 ਸਿੰਪਲ ਆਉਂਦਾ ਸੀਗਾ, ਇਕੱਲਾ ਹੁੰਦਾ ਸੀਗਾ, ਕੋਈ ਇਹ ਨਾਲ P ਨਹੀਂ ਆਉਂਦਾ ਸੀ, ਤਾਂ ਹੀ ਕਰਕੇ ਆਪਾਂ ਇਹ ਟਰਮ ਸਿੰਪਲ ਮੰਨਦੇ ਸੀਗੇ। B1 B2 ਇੱਥੋਂ ਮੰਨਣੇ ਸ਼ੁਰੂ ਕਰਦੇ ਸੀ ਆਪਾਂ। ਉਵੇਂ G1 G2 ਦੇ ਚੈੱਕ ਕਰੋਗੇ ਪਿੱਛੇ ਗੌਸ ਦੇ ਵਿੱਚ, ਫਸਟ ਟਰਮ 'ਚ ਨਹੀਂ ਮੰਨੇ ਸੀ ਆਪਾਂ ਨੇ, ਕਿਉਂਕਿ ਫਸਟ ਟਰਮ ਦੇ ਵਿੱਚ P ਨਹੀਂ ਆਉਂਦਾ ਸੀ। ਇਹਦੇ ਵਿੱਚ ਹੁਣ PQ ਆ ਰਹੇ ਹੈਗੇ ਨੇ, ਇਸ ਕਰਕੇ ਫਸਟ ਟਰਮ ਨਾਲ ਆਪਾਂ ਕੌਂਸਟੈਂਟ ਲਵਾਂਗੇ। ਉਵੇਂ E0 2 ਦਾ ਗੈਪ ਆ, ਤਾਂ ਉਵੇਂ ਆਪਾਂ ਸਮਿਟਰੀ ਪਾ ਲਈ, E0 E2 E4 2 ਦਾ ਗੈਪ ਕਿਵੇਂ ਕਹਿ ਰਹੇ ਹਾਂ ਆਪਾਂ, ਇਹ ਸਿੰਪਲ ਆ, ਇਹ ਡੈਲਟਾ ਸਕੇਅਰ ਆ, ਇਹ ਡੈਲਟਾ 4 ਆ। ਤਾਂ ਇੱਥੋਂ ਆਪਾਂ ਸਮਿਟਰੀ ਵਾਸਤੇ E0 E2 E4 ਲੈ ਲਿਆ, ਇਹ ਵੀ F0 F2 F4 ਲੈ ਲਿਆ। 2 ਸੀਰੀਜ਼ ਕਿਉਂ ਮੰਨੀਆਂ ਨੇ, ਕਿਉਂਕਿ ਆਪਾਂ ਸਟੇਟਮੈਂਟ ਦੇ ਅਕੋਰਡਿੰਗ ਪ੍ਰੂਫ ਕਰਨਾ ਹੁੰਦਾ। ਸਟੇਟਮੈਂਟ 'ਚ 2 ਸੀਰੀਜ਼ ਬਣਾਉਣੀਆਂ, ਇਹਨੂੰ E0 ਇਹ ਬਣਾਵਾਂਗੇ, ਇਹ E2 ਬਣਾਵਾਂਗੇ, E4 ਆਪਾਂ ਇਹ ਬਣਾਵਾਂਗੇ, ਇਹ F0 ਬਣਾਵਾਂਗੇ, F2 F4 ਇਹ ਬਣਾਵਾਂਗੇ ਆਪਾਂ। ਬਾਕੀ ਕੰਮ ਸਾਰਾ ਪੁਰਾਣਾ ਹੀ ਆ। P ਦੀ ਵੈਲਿਊ ਭਰਤੀ, ਉਵੇਂ F 'ਚ ਮੈਂ ਥੋੜ੍ਹੀ ਸਪੀਡ ਤੇਜ਼ ਕਰ ਰਿਹਾ, ਪਿੱਛੇ ਹੀ ਆ, ਉਵੇਂ ਵੈਲਿਊ ਭਰਤੀ ਸਾਰਾ। ਜੇ ਪਿਛਲੇ ਮੈਥਡ ਪੜ੍ਹੇ ਹੋਣ ਤਾਂ ਜਿੰਨੇ ਆਪਾਂ ਪਿਛਲੇ ਮੈਥਡ ਪੜ੍ਹੇ ਸਾਰਿਆਂ ਵਿੱਚ F0 ਤਾਂ ਹੀ FX ਤਾਂ ਹੀ ਨਿਕਲਦਾ ਹੁੰਦਾ। ਅਤੇ ਰਾਈਟ ਹੈਂਡ ਸਾਈਡ ਵਾਸਤੇ ਹੁਣ ਸਾਰਿਆਂ ਨੂੰ ਆਪਾਂ y0 'ਚ ਕਨਵਰਟ ਕਰਨਾ ਹੁੰਦਾ। ਇਹ ਸਾਰੀਆਂ ਵੈਲਿਊਜ਼ ਆਪਾਂ ਨੇ y0 'ਚ ਕਨਵਰਟ ਕਰ ਲਈਆਂ। ਚਾਹੀਦੀਆਂ ਕਿਹੜੀਆਂ ਕਿਹੜੀਆਂ ਸੀ ਉਹ ਦੇਖ ਲਓ। ਇੱਕ ਤਾਂ y1 ਨੂੰ y0 'ਚ ਕਨਵਰਟ ਕਰਨਾ,
ਆਹ ਇਹ ਕੱਢਿਆ ਹੈ ਪਹਿਲਾਂ ਆਪਾਂ ਨੇ। ਅਗਲੀ ਵੈਲਿਊ ਜਿਹੜੀ ਹੈਗੀ ਆ ਡੈਲਟਾ ਸਕੇਅਰ ਵਾਈ ਮਾਈਨਸ 1 ਚਾਹੀਦਾ ਕਨਵਰਟ ਕਰਨਾ, ਇੱਕ ਉਹ ਕੱਢਿਆ ਆਪਾਂ ਨੇ। ਜਿਹੜੇ ਕੱਢਣੇ ਉਹ ਲਿਖ ਲਏ ਆਪਾਂ ਨੇ, ਇੱਕ ਡੈਲਟਾ 4 ਮਾਈਨਸ 1, ਡੈਲਟਾ 4 ਵਾਈ ਮਾਈਨਸ 1, ਇੱਕ ਡੈਲਟਾ 4 ਵਾਈ ਮਾਈਨਸ 2। ਇਹ ਤਾਂ ਹੈਗੇ ਹੀ ਆ। ਇਹਨਾਂ ਨੂੰ ਕਨਵਰਟ ਕਰ ਲਿਆ ਪਿੱਛੇ ਵਾਂਗੂ, ਉਵੇਂ ਆਪਾਂ ਵੈਲਿਊਜ਼ ਭਰਤੀਆਂ। ਇਹ ਵੈਲਿਊਜ਼ ਭਰੀਆਂ ਨੇ। ਇਸ ਤੋਂ ਅੱਗੇ ਆਪਾਂ ਥੋੜ੍ਹਾ ਪੜ੍ਹ ਲੈਂਦੇ ਹਾਂ। ਹੁਣ ਕੰਪੇਅਰਿੰਗ ਕਰਨੀ ਆ, ਉਵੇਂ ਇੱਦਾਂ ਕੰਪੇਅਰਿੰਗ ਕਰ ਲਈ। ਕੰਪੇਅਰਿੰਗ ਚੈੱਕ ਕਰੋ ਥੋੜ੍ਹਾ ਜਿਹਾ, ਇੱਥੇ ਧਿਆਨ ਰੱਖਣਾ ਆਪਾਂ ਨੇ। ਜੋ ਕੰਪੇਅਰਿੰਗ ਕਰਾਂਗੇ ਵਾਈ ਨੋਟ ਉਰੇ 1 ਆ ਕੋਐਫੀਸ਼ੀਐਂਟ, ਇੱਥੇ ਵਾਈ ਨੋਟ ਦਾ ਈ ਨੋਟ ਆ, ਇੱਥੇ ਵਾਈ ਨੋਟ ਦਾ ਐਫ ਨੋਟ ਆ, ਮਤਲਬ ਈ ਨੋਟ ਪਲੱਸ ਐਫ ਨੋਟ 1 ਆ ਗਿਆ। ਹੁਣ ਇਹਦੇ ਵਿੱਚੋਂ ਨਾ ਈ ਨੋਟ ਪਤਾ ਨਾ ਐਫ ਨੋਟ ਪਤਾ, ਇਹਨੂੰ ਐਂ ਛੱਡ ਦੇਣਾ ਆਪਾਂ ਨੇ। ਫਿਰ ਅਗਲਾ ਦੇਖਦੇ ਹਾਂ ਆਪਾਂ। ਉਸ ਤੋਂ ਬਾਅਦ ਡੈਲਟਾ ਵਾਈ ਨੋਟ ਦਾ ਕੋਐਫੀਸ਼ੀਐਂਟ ਹੈ। ਡੈਲਟਾ ਵਾਈ ਨੋਟ ਦੇਖ ਲਓ, ਇੱਥੇ ਪੀ ਆ, ਪੀ ਲਿਖਤਾ। ਡੈਲਟਾ ਵਾਈ ਨੋਟ ਇਹ 'ਚ ਕਿਤੇ ਨਹੀਂ ਹੈਗਾ ਪਹਿਲੀ ਸੀਰੀਜ਼ 'ਚ, ਡੈਲਟਾ ਸਕੇਅਰ ਤੋਂ ਸ਼ੁਰੂ ਹੋ ਰਿਹਾ। ਤਾਂ ਡੈਲਟਾ ਵਾਈ ਨੋਟ ਸਿਰਫ ਇਹਦੇ ਵਿੱਚ ਆ, ਦੂਜੀ ਸੀਰੀਜ਼ ਦੇ ਵਿੱਚ। ਉਹਦਾ ਕੋਐਫੀਸ਼ੀਐਂਟ ਐਫ ਨੋਟ ਆ, ਐਫ ਨੋਟ ਨਿਕਲ ਗਿਆ। ਹੁਣ ਐਫ ਨੋਟ ਨਿਕਲ ਗਿਆ, ਨੰਬਰਿੰਗ 1 'ਚ ਉੱਪਰਲੀ ਇਕੁਏਸ਼ਨ 'ਚ ਭਰ ਕੇ ਇਹ 'ਚੋਂ ਈ ਨੋਟ ਨਿਕਲ ਜਾਏਗਾ 1 ਮਾਈਨਸ ਪੀ। ਇਹਨੂੰ ਆਪਾਂ ਨੇ ਕਿਉ ਦਿੱਤਾ ਹੋਇਆ ਹੈ ਸਟੇਟਮੈਂਟ ਦੇ ਵਿੱਚ, ਸਟੇਟਮੈਂਟ ਦਿੱਤਾ ਹੋਇਆ ਕਿਉ। ਫਿਰ ਇਸ ਤੋਂ ਬਾਅਦ ਥੋੜ੍ਹਾ ਜਿਹਾ ਹੋਰ ਅੱਗੇ ਲਿਖਿਆ ਵੀ ਹੋਇਆ ਇੱਥੇ, ਵੀ ਹੈਵ ਟੂ ਕਨਵਰਟ ਆਲ, ਜਿਹੜੇ ਈ ਨੋਟ ਤੋਂ ਲੈ ਕੇ ਈ ਵਾਲੇ ਸਾਰੇ ਨੇ ਉਹ ਆਪਾਂ ਕਿਉ ਦੀ ਫਾਰਮ 'ਚ ਕੱਢਣੇ, ਐਫ ਵਾਲੇ ਸਾਰੇ ਆਪਾਂ ਪੀ ਦੀ ਫਾਰਮ 'ਚ ਕੱਢਣੇ। ਉਹ ਕਿਉਂ ਕੱਢਣੇ ਹੈਗੇ ਨੇ ਇਹ ਤੁਸੀਂ ਦੇਖ ਸਕਦੇ ਹੋ। ਆਹ ਸਾਰੇ ਈ ਮੰਨਣੇ ਆਪਾਂ, ਇਹ ਕਿਉ ਦੀ ਫਾਰਮ 'ਚ ਕੱਢਣੇ, ਐਫ ਵਾਲੇ ਸਾਰੇ ਪੀ ਦੀ ਫਾਰਮ 'ਚ ਕੱਢਣੇ ਆ। ਤਾਂ ਧਿਆਨ ਰੱਖਣਾ ਉਰੇ ਆਪਾਂ ਤਾਂ ਹੀ ਕਰਕੇ ਇਸ ਕੁਐਸਚਨ ਦੇ ਵਿੱਚ ਜਿਹੜਾ ਈ ਸੀ ਉਹਨੂੰ ਕਿਉ 'ਚ ਕਨਵਰਟ ਕਰ ਲਿਆ। ਹੁਣ ਅੱਗੇ ਵਾਈ ਨੋਟ ਦਾ ਡੈਲਟਾ ਸਕੇਅਰ ਵਾਈ ਨੋਟ ਦਾ ਕੋਐਫੀਸ਼ੀਐਂਟ ਕੰਪੇਅਰ ਕੀਤਾ। ਡੈਲਟਾ ਸਕੇਅਰ ਇੱਧਰ ਆ ਗਿਆ ਪੀ ਮਾਈਨਸ 1/2 ਫੈਕਟੋਰੀਅਲ, ਇੱਧਰ ਡੈਲਟਾ ਸਕੇਅਰ ਇੱਕ ਆਹ E2 ਆ, ਇੱਕ ਡੈਲਟਾ ਸਕੇਅਰ ਆ ਰਿਹਾ F2 ਆ ਰਿਹਾ, E2 ਪਲੱਸ F2 ਆ ਗਿਆ ਜੀ। ਫਿਰ ਡੈਲਟਾ ਕਿਊਬ ਕੀਤਾ ਆਪਾਂ ਇਸ ਦਾ ਕੋਐਫੀਸ਼ੀਐਂਟ ਕੰਪੇਅਰ, ਡੈਲਟਾ ਕਿਊਬ ਦਾ ਕੀਤਾ ਆਹ ਟਰਮ ਆ ਗਈ, ਅਤੇ ਇੱਧਰ ਡੈਲਟਾ ਕਿਊ ਦਾ ਕੋਐਫੀਸ਼ੀਐਂਟ ਦੇਖੋ ਧਿਆਨ ਨਾਲ। ਡੈਲਟਾ ਕਿਊ ਸਿਰਫ ਇਹਦੇ ਵਿੱਚ ਆ, ਇਹਦੇ ਵਿੱਚ ਕਿਤੇ ਵੀ ਡੈਲਟਾ ਕਿਊ ਨਹੀਂ ਆ ਰਿਹਾ, ਇੱਕੋ ਮਾਈਨਸ E2 ਬਣੇਗਾ। ਇਹ ਸਿਰਫ ਇਕੱਲਾ ਮਾਈਨਸ E2 ਆਊਗਾ। ਉੱਧਰ ਲੈ ਗਏ ਆਪਾਂ। ਹੁਣ ਇਹ ਲਿਖਿਆ ਆਪਾਂ ਨੇ ਸਾਰੇ ਜਿਹੜੇ E2 ਵਾਲੀ ਟਰਮਸ ਹੈਗੀਆਂ ਨੇ ਕਿਊ 'ਚ ਕੱਢਣੀਆਂ ਆਪਾਂ ਨੇ। ਇਸ ਕਰਕੇ ਪੀ ਦੀ ਵੈਲਿਊ ਭਰਤੀ 1 ਮਾਈਨਸ ਕਿਊ, 1 ਮਾਈਨਸ ਕਿਊ, 1 ਮਾਈਨਸ ਕਿਊ। ਇਹਨੂੰ ਇਕੱਠਾ ਕਰ ਲਿਆ, ਇਹ ਚੀਜ਼ ਬਣਾ ਲਈ ਕਿਉਂਕਿ ਆਪਾਂ ਨੇ ਆਨਸਰ ਇਸੀ ਫਾਰਮ 'ਚ ਬਣਾਉਣਾ ਹੈ। ਹੁਣ E2 ਨਿਕਲ ਗਿਆ, ਇਹ 'ਚ ਭਰ ਕੇ ਆਪਾਂ F2 ਕੱਢ ਲਵਾਂਗੇ। ਇਹ 'ਚ ਭਰ ਕੇ ਆਪਾਂ ਹੁਣ ਇਹ ਸੋਲਵ ਕੀਤਾ ਹੋਇਆ F2, ਇਹ E2 ਸਬਟਰੈਕਟ ਕਰਤਾ, E2 ਵੈਲਿਊ ਕਰਤੀ, ਆ ਬਣ ਗਿਆ। ਹੁਣ ਥੋੜ੍ਹਾ ਉਰੇ ਟਾਈਮ ਬਚਾ ਸਕਦੇ ਹਾਂ ਆਪਾਂ। ਹੁਣ ਸਿਮੈਟਰੀ ਬਣ ਰਿਹਾ, ਲੱਗ ਗਿਆ ਹੋਊਗਾ ਪਤਾ ਸਿਮੈਟਰੀ ਕਿੱਦਾਂ ਬਣ ਰਹੀ ਹੈ। ਜਿਵੇਂ ਆਪਣੇ ਕੋਲ E2 ਦੇ ਵਿੱਚ ਆ ਗਿਆ, ਤਾਂ ਜੋ ਆਪਾਂ E4 ਕੱਢਾਂਗੇ ਉਹਦੇ ਵਿੱਚ ਬਸ ਉਰੇ ਕਿਊ ਸਕੇਅਰ ਮਾਈਨਸ 2 ਸਕੇਅਰ ਆ ਜਾਏਗਾ, ਨੀਚੇ ਟਰਮਾਂ ਨੀਚੇ 5 ਫੈਕਟੋਰੀਅਲ ਆ ਜਾਏਗਾ ਸਿਮੈਟਰੀ ਨਾਲ। ਇਹ ਦੋ ਟਰਮਾਂ ਐਕਸਟਰਾ ਆਈਆਂ ਨੇ ਨਾ ਸਕੇਅਰ ਕਰਕੇ, ਤਾਂ ਦੋ ਵੱਜ ਜਾਏਗਾ ਨੀਚੇ, 5 ਫੈਕਟੋਰੀਅਲ ਆ ਜਾਏਗਾ ਨੀਚੇ। ਤਾਂ ਉਹ ਸਿਮਿਲਰਲੀ ਕਰਤਾ, ਫਿਰ ਲੋਡ ਨਹੀਂ ਕੋਐਫੀਸ਼ੀਐਂਟ ਕੰਪੇਅਰ ਕਰ, ਸਿਮਿਲਰਲੀ ਕਹਿਤਾ ਆਪਾਂ ਇਹ ਹੋਊਗਾ। ਉਵੇਂ F4 ਵੀ ਇਹਦੇ ਨਾਲ ਦਾ ਹੀ ਆ, ਆਪਾਂ ਉਹ ਵੀ ਸਿਮਿਲਰਲੀ ਕਹਿਤਾ। ਬਸ ਇਹ ਵੈਲਿਊ ਚੱਕ ਕੇ ਆਪਾਂ ਸਾਰੀਆਂ ਫੰਕਸ਼ਨ ਭਰਤੀਆਂ। ਇਹ ਆਪਣੇ ਕੋਲ ਪ੍ਰੂਵ ਹੋ ਗਿਆ ਫਾਰਮੂਲਾ। ਓਵਰਆਲ 5 ਫਾਰਮ ਲੈਣੇ ਆ ਆਪਣੇ ਕੋਲ ਐਕਸਰਸਾਈਜ਼ ਦੇ ਵਿੱਚ, 5 ਦੇ ਪ੍ਰੂਫ ਆਪਾਂ ਯਾਦ ਕਰਨੇ ਨੇ ਅਤੇ ਇਹਨਾਂ ਉੱਪਰ ਬੇਸਡ ਨਿਊਮੈਰੀਕਲ। ਜੇ ਸਟੇਟਮੈਂਟ ਯਾਦ ਹੋ ਗਈਆਂ ਤੁਹਾਨੂੰ 5 ਦੀ, ਜੇ ਪ੍ਰੂਫ ਯਾਦ ਹੋ ਗਏ ਸਟੇਟਮੈਂਟ ਤਾਂ ਆਪੇ ਯਾਦ ਹੋਣਗੇ। ਜਿਸ ਨੂੰ ਸਟੇਟਮੈਂਟ ਯਾਦ ਨੇ, ਕੁਐਸਚਨ ਤਾਂ ਸਿੰਪਲ ਨੇ। ਇਹ ਕੁਐਸਚਨ ਜੋ ਮੈਂ ਕਰਵਾ ਦਿੰਦਾ ਹੈਗਾ। ਇਹ 3.3 ਐਕਸਰਸਾਈਜ਼ ਦਾ 13th ਕੁਐਸਚਨ ਆ। ਆਹ ਆਪਾਂ ਨੂੰ ਟੇਬਲ ਗਿਵਨ ਆ, ਇਹ ਟੇਬਲ ਦੇ ਵਿੱਚ ਐਕਸ ਗਿਵਨ ਆ, ਇਹ ਵਾਈ ਗਿਵਨ ਨੇ। ਇਹ ਉਹਨਾਂ ਨੇ ਕਿਹਾ ਹੈ ਕਿ ਜੇ ਆਪਾਂ ਐਵਰੇਜ ਫਾਰਮੂਲਾ ਯੂਜ਼ ਕਰਨਾ ਹੈਗਾ, ਐਵਰੇਜ ਫਾਰਮੂਲਾ ਯੂਜ਼ ਕਰਕੇ ਇਹਦੀ ਵੈਲਿਊ ਫਾਈਂਡ ਕਰ, ਲੌਗ ਦੀ ਵੈਲਿਊ ਫਾਈਂਡ ਕਰਨੀ ਹੈ।
ਚਲੋ ਪਹਿਲਾਂ ਆਪਾਂ ਕੀ ਕੀਤਾ, ਇਹਦਾ ਟੇਬਲ ਕੰਪਲੀਟ ਕਰ ਲਿਆ। ਇਹ ਪਹਿਲਾਂ ਵਾਂਗੂ ਆ, ਜੇ ਇੱਥੇ ਧਿਆਨ ਦੇ ਵਿੱਚ ਹੋਵੇ, ਜਿਹੜੀ ਵੈਲਿਊ ਕੱਢਣੀ ਹੁੰਦੀ ਆ ਹੁਣ x = 337.5 'ਤੇ ਕੱਢਣੀ ਹੈ ਵੈਲਿਊ ਆਪਾਂ ਨੇ। ਇਹ ਚੈੱਕ ਕਰਨਾ ਕੀ 'ਚ ਲਾਈ ਕਰਦੀ ਹੈ, ਇਹਦੇ ਵਿੱਚ ਲਾਈ ਕਰਦੀ ਹੈ। ਜੇ ਇਹਨਾਂ ਵਿੱਚ ਲਾਈ ਕਰਦੀ ਹੈਗੀ ਹੈ ਤਾਂ ਉੱਪਰ ਵਾਲਾ x0 ਹੁੰਦਾ, ਨੀਚੇ ਵਾਲਾ ਫਿਰ x1 ਹੋਊਗਾ ਆਟੋਮੈਟਿਕਲੀ। ਇਹ ਸਾਰੇ ਕੁਐਸਚਨ ਵਿੱਚ ਇੱਦਾਂ ਹੀ ਆ। ਫਿਰ ਇਹਦਾ ਕੀ ਮਤਲਬ, ਚਲੋ ਆਪਾਂ ਟੇਬਲ ਦੇਖਦੇ ਹਾਂ ਪਹਿਲਾਂ, ਬਾਅਦ 'ਚੋਂ ਕੁਐਸਚਨ ਕਰਾਂਗੇ। ਚਲੋ ਟੇਬਲ ਆਪਾਂ ਨੇ ਸਾਰਾ ਇਹ ਫਾਰਵਰਡ ਡਿਫਰੈਂਸ ਲਾ ਕੇ ਕੰਪਲੀਟ ਕਰ ਲਿਆ ਟੇਬਲ ਜਿੰਨਾ ਬਣਦਾ ਸੀਗਾ। ਇਸ ਤੋਂ ਬਾਅਦ ਇਹ x0 ਆ, ਇਹ x1 ਆ, ਇਹਦੇ ਸਾਹਮਣੇ y0 ਹੋਊਗਾ, ਇਹ y1। ਹੁਣ ਐਵਰੇਜ ਫਾਰਮੂਲੇ 'ਚ ਇੱਦਾਂ ਹੁੰਦਾ ਜੀ, ਆਹ ਵੈਲਿਊ ਆਊਗੀ, ਇਸ ਤੋਂ ਬਾਅਦ ਅਗਲੀ ਵੈਲਿਊ ਆਊਗੀ। ਇਹਦੇ ਵਿੱਚ ਪਹਿਲਾਂ ਆਹ ਆਊਗੀ, ਫਿਰ ਇਹਦੇ ਸਾਹਮਣੇ ਆਹ ਵੈਲਿਊ ਆਊਗੀ, ਫਿਰ ਇਹਦੇ ਸਾਹਮਣੇ ਆਹ। ਇਹ ਉਰੇ ਤੱਕ ਹੀ ਫਾਰਮੂਲਾ ਆਪਾਂ ਰੋਕਾਂਗੇ, ਅੱਗੇ ਟਰਮਸ ਹੈ ਨਹੀਂ ਨਾ ਹੋਰ ਕੋਈ, ਇਸ ਕਰਕੇ ਉਰੇ ਤੱਕ ਫਾਰਮੂਲਾ ਬਣੇਗਾ। ਸਿਰਫ Δ4 ਤੱਕ ਹੀ ਬਣੇਗਾ ਫਾਰਮੂਲਾ। ਜੇ ਅੱਗੇ ਹੁੰਦਾ ਤਾਂ ਆਪਾਂ ਜਿਵੇਂ ਥਿਊਰਮ ਆ ਫਾਰਮੂਲਾ, ਇਹ ਫਾਰਮੂਲਾ ਚੱਲੀ ਜਾ ਰਿਹਾ, ਰੋਕਣਾ ਕਿੱਥੇ ਆਪਣੇ ਉੱਪਰ ਡਿਪੈਂਡ ਕਰਦਾ। Δ4 ਤੱਕ ਟੇਬਲ ਜਿਹੜਾ ਆਪਾਂ ਆਹ ਬਣਾਇਆ, ਕਿਉਂਕਿ ਅੱਗੇ ਤਾਂ ਵੈਲਿਊ ਹੈ ਨਹੀਂ ਨਾ ਇਹ 'ਚ, ਇਹ ਤਾਂ ਲੋੜ ਹੀ ਨਹੀਂ ਪੈਣੀ Δ5 ਦੀ, ਤਾਂ ਆਪਾਂ Δ4 ਤੱਕ ਹੀ ਲਵਾਂਗੇ। ਜੇ ਬਾਈ ਚਾਂਸ ਟੇਬਲ ਉਰੇ ਤੱਕ ਹੁੰਦਾ, ਮਤਲਬ ਆਹ ਨਾ ਹੁੰਦੇ, ਇਹ ਨਾ ਹੁੰਦਾ ਟੇਬਲ, ਆਹ ਚੀਜ਼ ਨਾ ਬਣਦੀ, ਟੇਬਲ ਸਿਰਫ ਉਰੇ ਤੱਕ ਹੁੰਦਾ, ਉਰੇ ਤੱਕ ਟੇਬਲ ਹੁੰਦਾ, ਫਿਰ ਆਪਾਂ ਉਰੇ ਤੱਕ ਹੁੰਦਾ ਟੇਬਲ, ਫਿਰ ਆਪਾਂ ਉਰੇ ਤੱਕ ਲੈਣੀ ਸੀ ਟਰਮ Δ2 ਤੱਕ। ਮਤਲਬ ਫਿਰ ਆਪਣਾ ਜਿਹੜਾ ਫਾਰਮੂਲਾ ਬਣਨਾ ਸੀਗਾ ਜੀ, ਉਹ ਸਿਰਫ Δ2 ਤੱਕ ਬਣਨਾ ਸੀਗਾ। ਜੇ ਪਿੱਛੇ ਕਰਦੇ ਆ ਰਹੇ ਉਹੀ ਕੰਸੈਪਟ ਆ, ਜਿੰਨੀਆਂ ਆਪਾਂ ਨੂੰ ਟਰਮਾਂ ਹੈਗੀਆਂ ਨੇ ਉਨੇ ਤੱਕ ਆਪਾਂ ਸੋਲਵ ਕਰਾਂਗੇ। ਫਿਰ ਆਪਾਂ ਨੇ ਇਸ ਤੋਂ ਬਾਅਦ ਜੋ ਟੇਬਲ ਬਣ ਗਿਆ, ਹੁਣ ਇਹ ਟੇਬਲ ਦੇਖ ਲਓ ਧਿਆਨ ਨਾਲ, ਇਹ ਵੈਲਿਊਜ਼ ਕਿਵੇਂ ਯਾਦ ਰੱਖਣੀਆਂ ਨੇ, ਬਣਾਉਣੀਆਂ ਕਿਵੇਂ ਨੇ। ਜਿਵੇਂ ਇਹ ਤਾਂ y0 ਹੋ ਗਿਆ, x0 ਸਾਹਮਣੇ y0 ਹੁੰਦਾ, x1 ਸਾਹਮਣੇ y1 ਹੁੰਦਾ, ਇਸ ਤੋਂ ਉੱਪਰ y-2 ਹੋਊਗਾ, ਇੱਦਾਂ ਕਹਿ ਲਓ ਚਾਹੇ ਇੱਦਾਂ ਕਹਿ ਲਓ। ਆਹ y0 ਆ, ਇੱਦਾਂ ਫਾਰਵਰਡ ਡਿਫਰੈਂਸ ਆ ਸੇਮ ਹੁੰਦੇ ਨੇ। ਇਹ ਚੀਜ਼ ਹੋਊਗੀ Δy0, ਇਹ Δ2 y0। ਜੇ ਇਹ Δ2 y0 ਹੋਊਗੀ ਤਾਂ ਇਹ ਤੋਂ ਉੱਪਰ ਵਾਲੀ ਹੋਊਗੀ, ਘਟੂਗੀ, Δ2 y-1 ਟਰਮ ਹੋਊਗੀ ਨਾਮ, ਤਾਂ ਇਹ Δ3 y0 ਲੋੜ ਨਹੀਂ ਹੈਗੀ। ਇੱਥੇ ਜਿਹੜੀ ਵੈਲਿਊ ਆਊਗੀ ਉਹ Δ4 ਆ, Δ4 ਆ ਦੇਖੋ, Δ4 y0 ਹੋਊਗੀ। ਇਸ ਤੋਂ ਫਿਰ ਉੱਪਰ ਇੱਕ ਜਿਹੜੀ ਹੈਗੀ ਆ ਉਹ Δ4 y-1, ਇਸ ਤੋਂ ਉੱਪਰ ਹੀ Δ4 y-2 ਹੋਊਗੀ। ਇੱਦਾਂ ਦੇਖ ਸਕਦੇ ਹੋ। ਇਹ ਆਪਾਂ ਤਾਂ ਪਾਇਆ ਕਿ ਫਾਰਮੂਲਾ ਆਪਾਂ ਇੱਥੋਂ ਲਿਖ ਸਕੀਏ ਸੌਖਾ, ਤਾਂ ਫਾਰਮੂਲਾ ਫਿਰ ਆਪਾਂ ਆਹ ਲਿਖਤਾ ਜੀ। ਇਹ ਲਿਖਣ ਵਾਸਤੇ ਕੀਤਾ ਨਾ ਆਪਾਂ ਨੇ ਫਾਰਮੂਲਾ, ਕਿ ਪਹਿਲਾਂ y0 ਆਏਗਾ, ਫਿਰ Δ2 y-1 ਆਏਗਾ, ਫਿਰ Δ4 y-2 ਆਏਗਾ। ਮਤਲਬ ਇਹ ਚੀਜ਼ ਆਪਾਂ ਤਾਂ ਪਾਈ ਹੈਗੀ ਆ ਕਿ ਆਪਾਂ ਨੂੰ ਸੌਖਾ ਰਹੇ ਥੋੜ੍ਹਾ ਜਿਹਾ ਲਿਖਣਾ ਫਾਰਮੂਲਾ, ਬਾਕੀ ਆਪਣੀ ਮਰਜ਼ੀ, ਜਿਸ ਤਰ੍ਹਾਂ ਮਰਜ਼ੀ ਕਰ ਲਓ। ਅਤੇ ਹੁਣ ਇਸ ਦੇ ਵਿੱਚ ਆਪਾਂ ਨੇ ਜੋ ਆਹ ਤਾਂ ਲਿਖ ਲਿਆ, ਅੱਗੇ ਦੇਖਦੇ ਹਾਂ ਸੋਲਵ ਕਿਵੇਂ ਕੀਤਾ। ਚਲੋ ਵੈਲਿਊਜ਼ ਕੱਢ ਲਈਆਂ। ਇਹ 'ਚ ਫਾਰਮੂਲੇ 'ਚ ਚਾਹੀਦਾ ਕੀ ਹੈ, ਬਸ ਇਹ ਸਾਰੀ ਵੈਲਿਊਜ਼ ਤਾਂ ਆਪਾਂ ਨੂੰ ਪਤਾ ਨਹੀਂ, ਟੇਬਲ 'ਚੋਂ ਦੇਖ ਕੇ ਬਣਾ ਲਵਾਂਗੇ, ਤਾਂ ਹੀ ਇਹ ਆਪਾਂ ਵੈਲਿਊਜ਼ ਲਿਖੀਆਂ ਨੇ। ਇਹ ਸਾਰੀਆਂ ਆਪਾਂ ਨੂੰ ਵੈਲਿਊਜ਼ ਪਤਾ ਨੇ, ਬਸ ਇਹ ਚਾਹੀਦੀਆਂ ਆਪਾਂ ਨੂੰ। ਹੋਰ ਚਾਹੀਦਾ ਆਪਾਂ ਨੂੰ ਇਹਦੇ ਵਿੱਚੋਂ ਇੱਕ ਬਸ Q ਚਾਹੀਦਾ, ਇੱਕ P ਚਾਹੀਦਾ, ਇਹ ਦੋ ਰਹਿ ਗਏ ਫਾਈਂਡ ਕਰਨੇ। ਹੁਣ P Q ਫਾਈਂਡ ਕਰ ਲੈਣੇ। ਪਹਿਲਾਂ P ਦਾ ਫਾਰਮੂਲਾ ਆਪਾਂ ਨੂੰ ਪਤਾ ਹੈਗਾ, P ਦਾ ਫਾਰਮੂਲਾ ਇਹ ਹੁੰਦਾ x - x0/h। x ਹੁੰਦਾ ਜਿਹੜੀ ਵੈਲਿਊ 'ਤੇ ਫਾਈਂਡ ਕਰਨਾ, x0 ਜਿਹੜੀ ਆਪਾਂ ਹੁਣੀ ਕਿਹਾ ਸੀ ਉੱਪਰ ਵਾਲੀ ਵੈਲਿਊ 330, h ਜਿਹੜਾ ਹੁੰਦਾ ਉਹ ਗੈਪ ਹੁੰਦਾ। ਫਿਰ P ਕੱਢ ਲਿਆ ਆਪਾਂ, ਆ ਗਿਆ। ਫਿਰ Q1 - P ਹੁੰਦਾ। ਬਾਕੀ ਸਿਰਫ ਡਾਇਰੈਕਟ ਆਪਾਂ ਇਹ 'ਚ ਵੈਲਿਊਜ਼ ਪੁੱਟ ਕੀਤੀਆਂ ਨੇ, ਇਹਨੂੰ ਸੋਲਵ ਕੀਤਾ, ਸੋਲਵ ਕਰਕੇ ਜੋ ਆ ਗਿਆ ਉਹ ਆਪਣਾ ਆਨਸਰ ਆ। ਇਹ ਸੋਲਵ ਕਰਕੇ ਆਪਣਾ ਆਨਸਰ ਇਹ ਬਣ ਗਿਆ। ਹੁਣ ਇਹ 5 ਡੈਸੀਮਲ ਦਾ ਕਿਉਂ ਕੀਤਾ ਹੈਗਾ ਆਪਾਂ ਸੋਲਵ, ਬਿਕੋਜ਼ ਕੁਐਸਚਨ ਦੇ ਵਿੱਚ 5 ਡੈਸੀਮਲ ਸੀ ਸਾਰਿਆਂ ਵਿੱਚ, ਉਹ ਚੈੱਕ ਕਰ ਲਿਓ, ਇਸ ਕਰਕੇ ਸਾਰੇ 5 ਡੈਸੀਮਲ ਤੱਕ ਆਪਾਂ ਸੋਲਵ ਕੀਤਾ। ਚਲੋ ਇਹ ਕਰ ਲਿਓ, ਇਹ ਸਾਰੀ ਐਕਸਰਸਾਈਜ਼ ਕੰਪਲੀਟ ਕਰ ਲਿਓ। ਜੇ ਕੋਈ ਡਾਊਟ ਹੋਇਆ ਤਾਂ ਤੁਸੀਂ ਮੈਨੂੰ ਕਾਲ ਕਰ ਲਿਓ ਜਾਂ WhatsApp 'ਤੇ ਸ਼ੇਅਰ ਕਰ ਲਿਓ। ਥੈਂਕ ਯੂ।